नमस्कार, मैं हूं दीपांशी पुहाल और आप मेरे साथ देख रहे हैं उदय न्यूज लाइव। बुलेटिन की शुरुआत करते हैं सुर्खियों के साथ। मानसा के रेलवे स्टेशन पर किसानों ने लगाए पक्के मोर्चे। करनाल पुलिस को मिली बड़ी कामयाबी, 18 से 19 लाख की नशीली गोलियों के साथ 2 गिरफ्तार। बुडलारा के रेलवे ट्रैक पर लगाए किसान धरने दौरान माता तेज कौर की मृत्यु होने पर परिवार के मेंबर की नौकरी की मांग। खबरें विस्तार से। खेती कानून को लेकर पंजाब के किसान लगातार आंदोलन के राह पर हैं। मानसा के रेलवे स्टेशन पर किसान यूनियन की ओर से लगाए गए पक्के मोर्चे के 27 दिन किसानों ने केंद्र सरकार के खिलाफ जमकर रोष प्रदर्शन किया। किसानों ने कहा, जितनी देर तक यह काले कानून वापस नहीं होते, इतनी देर उनका संघर्ष और तेज होता चलेगा। मानसा में अलग अलग किसान यूनियन की ओर से मानसा के रेलवे स्टेशन पर पक्का मोर्चा लगाया गया है। केंद्र सरकार के खिलाफ संयुक्त रूप से लड़ाई लड़ रहे किसान जथेबंदियों ने मोर्चे के 27वें दिन केंद्र सरकार के खिलाफ जमकर रोष प्रदर्शन किया। इस अवसर पर किसान नेताओं ने कहा कि केंद्र की सरकार किसानों के संघर्ष को खत्म करने के लिए नई नई चाल चल रही है, मगर इससे पंजाब का किसान भली भांति वाकिफ है। ਅੱਜ ਜਿਹੜਾ ਇਹ ਸੰਘਰਸ਼ ਹੈ ਸਾਡਾ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਔਰ ਉਸ ਜ਼ਾਲਮ ਸਰਕਾਰ ਦੇ ਖਿਲਾਫ 27ਵੇਂ ਦਿਨ 'ਚ ਸ਼ਾਮਲ ਹੋ ਗਿਆ ਹੈ। ਔਰ ਜਿੰਨੀ ਸਾਨੂੰ ਆਸ ਸੀ, ਬੜੇ ਨੌਜਵਾਨ ਵੀਰ, ਪੜ੍ਹੇ ਲਿਖੇ ਨੌਜਵਾਨ ਮਾਤਾਵਾਂ ਭੈਣਾਂ, ਉਹ ਸਾਰੀਆਂ ਇਸ ਦੇ ਵਿਰੋਧ ਵਿੱਚ ਆਪਣਾ ਸਮਾਂ ਕੱਢ ਕੇ ਪਹੁੰਚ ਰਹੀਆਂ ਨੇ। ਔਰ ਜਿਹੜੇ ਨੌਜਵਾਨ ਵੀਰ ਮੇਰੇ ਪਹਿਲਾਂ ਗਾਇਕਾਂ ਪਿੱਛੇ ਜਾਂ ਹੋਰ ਕਲਾਕਾਰਾਂ ਪਿੱਛੇ ਜਾਂਦੇ ਸੀ ਜਾਂ ਉਹਨਾਂ ਪਿੱਛੇ ਲੜਦੇ ਸੀ, ਅੱਜ ਸਾਨੂੰ ਬੜਾ ਮਾਣ ਹੈ ਸਾਡੇ ਭਰਾਵਾਂ 'ਤੇ ਕਿ ਉਹ ਅੱਜ ਆਪਣੇ ਹੱਕਾਂ ਵਾਸਤੇ, ਆਪਣੇ ਕਿੱਤੇ ਵਾਸਤੇ ਅਤੇ ਆਪਣੇ ਪੁਰਖਿਆਂ ਦੀ ਜੋ ਜਾਇਦਾਦ ਹੈ ਉਹਨੂੰ ਬਚਾਉਣ ਵਾਸਤੇ ਲੜ ਰਹੇ ਨੇ। ਔਰ ਆਸ ਹੈ ਕਿ ਅਸੀਂ ਇਸ ਜ਼ਾਲਮ ਸਰਕਾਰ ਨੂੰ, ਇਸ ਮੋਦੀ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਾਂਗੇ। ਸਾਨੂੰ ਜੋ ਸਾਡੀਆਂ ਜਥੇਬੰਦੀਆਂ ਨੇ ਉਹ ਬੜੇ ਉੱਘੀਆਂ, ਸਮਝਦਾਰ ਅਤੇ ਤਜਰਬੇਕਾਰ ਨੇ। ਉਹਨਾਂ ਦੇ ਤਜਰਬਿਆਂ 'ਚੋਂ ਅਸੀਂ ਆਪਣਾ ਜਿਹੜਾ ਅੱਗੇ ਸੰਘਰਸ਼ ਹੈ ਉਹ ਤੋਰਾਂਗੇ। ਉਹਨਾਂ ਦੀ ਛਤਰ ਛਾਇਆ ਹੇਠ ਜਥੇਬੰਦੀਆਂ ਇੱਕ ਹੋਈਆਂ ਨੇ, ਤਾਂ ਅਸੀਂ ਵੀ ਜੋ ਨੌਜਵਾਨ ਵੀਰ ਨੇ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਬੜੀ ਸਮਝ ਤੇ ਸੋਚ ਲੈ ਕੇ ਇਹ ਸੰਘਰਸ਼ ਦੇ ਵਿੱਚ ਸ਼ਾਮਲ ਹੋਣ, ਤਾਂ ਜੋ ਸ਼ਾਂਤਮਈ ਢੰਗ ਨਾਲ ਅਸੀਂ ਉਹ ਸਰਕਾਰ ਦਾ ਟਾਕਰਾ ਕਰ ਸਕੀਏ। ਨਿਰਮਲ ਸਿੰਘ ਝੰਡੂਕੇ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ। ਅੱਜ ਸਾਡਾ ਇਹ ਜਿਹੜਾ ਸੰਘਰਸ਼ ਹੈ 27 ਦਿਨ ਹੋ ਗਏ ਇਸ ਸੰਘਰਸ਼ ਨੂੰ ਚੱਲਦੇ ਨੂੰ। ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਚਲਾ ਰਹੇ ਹਾਂ, ਪਰ ਜਿਹੜੇ ਸਰਕਾਰ ਦੀਆਂ ਚਾਲਾਂ ਨੇ ਉਹ ਸਾਡੇ 'ਚ ਵਿਘਨ ਪਾ ਕੇ ਇਸ ਸਾਡੇ ਸੰਘਰਸ਼ ਨੂੰ ਫੇਲ ਕਰਨਾ ਚਾਹੁੰਦੇ ਨੇ। ਪਰ ਸਾਡੇ ਵਰਕਰ, ਸਾਡੇ ਆਗੂ ਉਹ ਬੜੀ ਸੂਝ-ਬੂਝ ਦੇ ਨਾਲ ਆਪਣੇ ਸੰਘਰਸ਼ ਨੂੰ ਅੱਗੇ ਵਧਾ ਰਹੇ ਨੇ, ਕਿਉਂਕਿ ਅਸੀਂ ਇਸ ਲੜਾਈ ਦੇ ਵਿੱਚ ਸਾਨੂੰ ਪੂਰਨ ਆਸ ਹੈ ਵੀ ਇੱਕ ਦਿਨ ਅੱਗੇ ਹੋ ਕੇ ਜਿੱਤਾਂਗੇ। ਅੱਜ ਕੱਲ੍ਹ ਜਿਹੜੇ ਛੋਟੇ-ਛੋਟੇ ਇਹ ਮਸਲੇ ਲੈ ਕੇ ਆਉਂਦੇ ਨੇ, ਕਦੇ ਨਰਮੇ ਦਾ, ਕਦੇ ਝੋਨੇ ਦਾ, ਹੁਣ ਇਹਨਾਂ ਨੇ ਇੱਕ ਨਵਾਂ ਮਸਲਾ ਹੋਰ ਤਿਆਰ ਕਰਤਾ ਕਿ ਜਦੋਂ ਵੀ ਕਿਸਾਨ ਕੋਈ ਧਰਨੇ ਕੰਨੇ ਆਉਂਦਾ ਹੈ, ਖਾਸ ਕਰਕੇ ਉਹ ਗਾਇਕਾਂ ਨੂੰ ਜਰਕਾਉਣ ਲੱਗ ਗਏ। ਉਹਨਾਂ ਦੇ ਮੋਬਾਈਲ ਨੰਬਰ, ਉਹਨਾਂ ਦੀ ਆਈਡੀਆਂ, ਉਹਨਾਂ ਦੇ ਕਰਜ਼ੇ, ਉਹਨਾਂ ਦਾ ਜੋ ਕੁਛ ਵੀ ਆਮਦਨ ਹੈ, ਉਹ ਕਹਿੰਦੇ ਵੀ ਤੁਸੀਂ ਧਰਨੇ 'ਚ ਜਾ ਕੇ ਲੋਕਾਂ ਨੂੰ ਉਤਸ਼ਾਹ ਕਰਦੇ ਹੋ, ਅਤੇ ਉਹਨਾਂ ਨੂੰ ਜਰਕਾਉਣ ਲੱਗ ਗਏ। ਬੜੀ ਮਾੜੀ ਗੱਲ ਹੈ। ਦੂਸਰਾ, ਅੱਜ ਅਸੀਂ ਇਹ ਐਲਾਨ ਵੀ ਕਰਦੇ ਹਾਂ ਕਿ ਦਿੱਲੀ ਦੇ ਵਿੱਚ 250 ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋ ਰਹੀ ਹੈ, ਉਹਦਾ ਜਿਹੜਾ ਫੈਸਲਾ ਹੋਊ ਉਹ ਬੜਾ ਤਕੜਾ ਸੰਘਰਸ਼ਮਈ ਹੋਊਗਾ। ਔਰ ਮੋਦੀ ਦੀ ਜਿਹੜੀ ਚਾਲ ਹੈ ਕਿ ਇਹ ਬਿਹਾਰ ਦੀਆਂ ਚੋਣਾਂ ਨੂੰ ਜਿੱਤਣਾ ਚਾਹੁੰਦਾ ਹੈ, ਇਹ ਭੁੱਲ ਜੇ। ਇਹ ਬਿਹਾਰ ਕੀ ਜਿਹੜੇ ਨੇ ਪੰਜਾਬ ਨਾਲ ਪੰਗਾ ਲਿਆ ਉਹ ਕਦੇ ਕਾਮਯਾਬ ਨਹੀਂ ਹੋਇਆ। ਚਲਾਇਆ ਗਿਆ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਲੇ ਹਜ਼ਾਰੂ ਯੋਧਿਆਂ ਨੇ ਇਹ ਸਬੂਤ ਦੇ ਦਿੱਤਾ ਕਿ ਮੋਦੀ ਸਰਕਾਰ ਜੋ ਕਿਸਾਨ ਜਥੇਬੰਦੀਆਂ ਤੇ ਆਮ ਪਬਲਿਕ ਤੇ ਤਸ਼ੱਦਦ ਢਾ ਰਹੀ ਹੈ, ਉਹਦਾ ਜਵਾਬ ਇੱਟ ਨਾਲ ਇੱਟ ਦੇਣ ਦੇ ਵਾਸਤੇ ਤਿਆਰੀ ਕਰ ਲਈ ਹੈ। ਸੋ ਅਸੀਂ ਇਸ ਗੱਲ ਤੇ ঋਣੀ ਆ ਇਹਨਾਂ ਲੋਕਾਂ ਦੇ ਜਿਹੜੇ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਨੇ, ਤੇ ਅਸੀਂ ਉਹਨਾਂ ਦੇ ਇਸ ਲੜਾਈ ਨੂੰ ਲੜਦੇ ਰਹਾਂਗੇ ਜਿੰਨਾ ਚਿਰ ਅਸੀਂ ਦੁਸ਼ਮਣ ਨੂੰ ਹਰਾ ਕੇ ਪਿੱਛੇ ਨਹੀਂ ਸਿੱਟ ਲੈਂਦੇ। ਸੋ ਸਾਰੀ ਸੰਗਤ ਤੇ ਅਸੀਂ ਬਹੁਤ ঋਣੀ ਹਾਂ। ਅੱਗੇ ਤੋਂ ਸਾਡਾ ਸਾਥ ਇੰਦੀ ਚੱਲਦਾ ਰਹੇ। ਸੋ ਅਸੀਂ ਹੁਣ ਵੀ ਇਸ ਕਹਾਣੀ ਨੂੰ ਸਿਰੇ ਲਾ ਕੇ ਮਰਨ ਤੇ ਮਾਰਨ ਤੱਕ ਜਾ ਕੇ ਨਿਬੇੜਨ ਦੀ ਕੋशिश करांगे। करनाल पुलिस को मिली कामयाबी, 18 से 19 लाख रुपए की कीमत की 45,800 नशीली गोलियां सहित 2 आरोपियों को किया काबू। पकड़े गए दोनों आरोपियों को पुलिस ने कोर्ट में पेश कर 2 दिन के रिमांड पर लिया है, ताकि इनके बड़े बड़े गैंग का पता चल सके।
आखिर पकड़े गए दोनों आरोपी कहां नशीली गोलियां सप्लाई करते थे। करनाल नारकोटिक सेल इंचार्ज मोहनलाल व उनकी टीम को कल गुप्त सूचना मिली कि प्रकट सिंह फतूवाला असंध हल्के का रहने वाला नाम का व्यक्ति पिछले कुछ समय से नशे की गोलियां बेचने का अवैध कारोबार कर रहा है, जो काफ़ी मात्रा में नशे की गोलियां लेकर अपने साथ आया है और उसने नशे की गोलियों को अपने घर पर छुपा कर रखा है, जिस पर एंटी नारकोटिक सेल करनाल की अध्यक्षता में टीम ने आरोपी व्यक्ति प्रकट के घर पर छापेमारी करके ट्रामाडोल नशे की गोलियों की 4 पेटियां बरामद की। गोलियों की गिनती करने पर कुल 39,800 गोलियां पाई गई। गोलियों का वजन करने पर 12.996 किलोग्राम पाया गया। क्या नाम प्रगट सिंह को अरेस्ट किया था, राउंड अप किया था दवाइयों के साथ। उसके बाद हमने एफआईआर लॉन्च की। 4 पेटियां इसके घर से हमने बरामद की हैं, जो करीब 40,000 गोलियां हैं। इसको फिर हमने पुलिस रिमांड पे लिया है। पुलिस रिमांड के दौरान इसने खुलासा किया, जब इसको पूछा गया कि ये कहाँ से लेके आता है, तो इसने बताया कि ये जो अनिल है अल्लाना गांव, वहाँ से लेके आता है। तो फिर हमने अनिल को अरेस्ट किया है और अनिल के पास से भी 6,000 गोलियों के करीब हमने बरामद की हैं। अब अनिल को हमने पुलिस रिमांड पे लिया है। अनिल से पूछताछ की जाएगी अब कि इसके पास कौन डिलीवरी दे के गया था और इस धंधे में कौन कौन शामिल। टोटल कितनी गोलियां हैं, कितने रुपए की हैं और कौन सी गोलियां कहाँ इस्तेमाल होती हैं? टोटल ये करीब 46,000 गोलियां हैं, 200 कम 45,800 गोलियां। और ये नशे की गोलियां हैं जो एनडीपीएस एक्ट के तहत वर्जित है। बिना डॉक्टर की प्रेस्क्रिप्शन के और बिना बिल के इन दवाइयों को कोई बेच नहीं सकता। इवन के स्टोर वाले भी इनको नहीं बेच सकते, मेडिकल स्टोर वाले। और इन लड़कों का ना कोई मेडिकल स्टोर है और ना इनके पास कोई लाइसेंस है। ये सिर्फ नशे के लिए इन दवाइयों की सप्लाई। कहाँ सप्लाई करते थे और इनकी कीमत क्या है इन गोलियों की? जो ये बेचते हैं, जिनके जितने का ये पत्ता जैसे उसमें से निकाल के बेचते हैं, करीब 18-19 लाख रुपये इसकी कीमत। कहाँ सप्लाई होती थी? सप्लाई एक इसका भाई जो हमने प्रगट सिंह गिरफ्तार किया है, इसका भाई सेम डे जो बाकी पेटियां लेके उसकी डिलीवरी कराने सरसा गया हुआ था, तो वो रास्ते में ही पुलिस ने गिरफ्तार किया उसको। उसके पास से भी करीब 40,000 गोलियाँ बरामद हुई। और इसके अलावा ये राजस्थान, पंजाब में भी सप्लाई। खेती कानूनों को लेकर किसान जत्थेबंदियां लगातार संघर्ष कर रही है। इस संघर्ष के दौरान भारतीय किसान यूनियन उग्रा की ओर से बुडलारा के रेलवे ट्रैक पर लगाए धरने दौरान माता तेज कौर की मौत होने पर किसान जत्थेबंदी द्वारा तेज कौर के परिवार को मुआवजा माफी और परिवार के मेंबर को नौकरी की मांग की थी। किसान जैसे जत्थेबंदियों ने पिछले 9 तारीख से माता तेज कौर का अंतिम संस्कार नहीं किया और सरकार ने किसानों की मांग को अभी तक पूरा नहीं किया। खेती कानूनों को लेकर किसान जत्थेबंदियां लगातार संघर्ष कर रही हैं। इस संघर्ष के दौरान भारतीय किसान यूनियन उग्रा की ओर से बुढ़ाड़ा के रेलवे ट्रैक पर लगाए धरने दौरान माता तेज कौर की मौत होने पर किसान जत्थेबंदी द्वारा तेज कौर के परिवार को मुआवजा, कर्ज माफी और परिवार के मेंबर को नौकरी की मांग की थी। किसान जत्थेबंदियों ने पिछले 9 तारीख से माता तेज कौर का अंतिम संस्कार नहीं किया और सरकार ने किसानों की मांग को अभी तक पूरा नहीं किया है। तेज कौर पिछे 9 तरीक तो लेके देहांत ਉਹਨਾਂ ਦੀ ਹੋਈ ਹੈਗੀ। ਜੇ ਕਹਿ ਲਈਏ ਤਾਂ ਸ਼ਹੀਦੀ ਕਹਿ ਲਈਏ ਵੀ ਸ਼ਹੀਦ ਹੋਏ ਨੇਗੇ। ਸੰਘਰਸ਼ਾਂ ਦੇ ਵਿੱਚ ਲੜਦੀ ਗੱਡੀ ਦੀ ਲਾਈਨ ਦੇ ਉੱਤੇ ਉਹਦੀ ਸ਼ਹੀਦੀ ਪਈ ਹੈ। ਉਸ ਨੂੰ ਅਸੀਂ ਮੁਆਵਜ਼ਾ ਦਿਵਾਉਣ ਦੀ ਖਾਤਰ ਉਹ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਦਿਵਾਉਣਾ ਹੈ। ਇੱਕ ਜੀ ਨੂੰ ਨੌਕਰੀ ਤੇ ਜਿਹੜਾ ਕਰਜ਼ਾ ਉਹ ਤੇ ਲਖੀਰ ਮਰਵਾਉਣੀ ਹੈ। ਇੱਥੋਂ ਦੀ ਸਰਕਾਰ ਨੇ, ਇੱਥੋਂ ਦੇ ਡੀਸੀ ਨੇ ਸਾਡੀ ਹਾਲ ਤੱਕ ਜਿਹੜੀ ਗੱਲ ਹੈ ਉਹ ਸਾਡੀ ਸੁਣ ਨਹੀਂ ਰਹੇ ਹੈਗੇ, ਸਾਨੂੰ ਦੱਸ ਨਹੀਂ ਰਹੇ। ਕੱਲ੍ਹ ਦਾ ਇਹਨਾਂ ਨੇ ਸਮਾਂ ਲੈਤਾ ਸੀ ਵੀ ਅਸੀਂ ਤੁਹਾਡੇ ਨਾਲ ਡਿਸਕਸ ਹੈ ਜਿਹੜੀ ਵੀ ਉਹ ਸੋਮਵਾਰ ਵਾਲੇ ਦਿਨ ਹੋ ਜੂਗੀ। ਕੱਲ੍ਹ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਕਿਸਾਨਾਂ ਨੂੰ ਰੋਲ ਕੇ ਰੱਖਤਾ ਇੱਥੋਂ ਦੀਆਂ ਸਰਕਾਰਾਂ ਨੇ ਤੇ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੇ। ਸਾਡੀ ਮੰਗ ਹੈ ਕਿ ਉਹ ਮੰਗ ਦੇਣ, ਸਾਡੀ ਜਿੰਨੀ ਮੰਗ ਬਣਦੀ ਹੈ। ਪਹਿਲਾਂ ਅਸੀਂ ਇਹਨਾਂ ਦੀ ਕੋਠੀ ਦੇ ਮੂਹਰੇ ਵੀ ਧਰਨਾ ਸੀਗਾ, ਦਫ਼ਤਰ ਦੇ ਮੂਹਰੇ ਵੀ ਸਾਡਾ ਜਿਹੜਾ ਧਰਨਾ ਚੱਲਿਆ ਵਾ ਸੀਗਾ। ਅੱਜ ਅਸੀਂ ਅੱਕ ਕੇ ਕੋਈ ਸਾਨੂੰ ਸ਼ੌਂਕ ਨਹੀਂ ਸੀ ਵੀ ਅਸੀਂ ਟ੍ਰੈਫਿਕ ਜਾਮ ਕਰਨੀ ਹੈ। ਅਸੀਂ ਪਿਛਲੇ 8-9 ਦਿਨਾਂ ਤੋਂ ਲੈ ਕੇ ਲਗਾਤਾਰ 2 ਥਾਵਾਂ ਦੇ ਉੱਤੇ ਜਿਹੜਾ ਸਾਡਾ ਧਰਨਾ ਚੱਲਦਾ ਸੀ ਉਹ ਚੱਲੀ ਜਾਂਦਾ ਸੀ। ਸਾਨੂੰ ਐ ਸੀ ਅੱਜ ਜਾਂ ਕੱਲ੍ਹ ਨੂੰ ਇਹਨਾਂ ਨੇ ਜਦੋਂ ਸਾਡੀ ਕੋਈ ਗੱਲ ਨਹੀਂ ਸੁਣੀ ਹੈਗੀ, ਅੱਜ ਅਸੀਂ ਅੱਕ ਕੇ ਲਿਆ ਕੇ ਲੋਕਾਂ ਨੂੰ ਨਾਲ ਲੈ ਕੇ ਤਾਂ ਜਿਹੜਾ ਇਹ ਸੰਘਰਸ਼ ਹੈਗਾ, ਅੱਜ ਅਸੀਂ ਸੜਕ ਦਾ ਜਿਹੜਾ ਚੱਕਾ ਜਾਮ ਕੀਤਾ ਹੈਗਾ ਉਹ 4 ਘੰਟੇ ਚੱਕਾ ਜਾਮ ਅੱਜ ਕਰਾਂਗੇ।
ਤੇ ਕੱਲ ਨੂੰ ਫੇਰ ਕੋਈ ਨਾ ਕੋਈ ਨਵਾਂ ਪ੍ਰਦਰਸ਼ਨ ਅਸੀਂ ਹੋਰ ਕੋਈ ਨਾ ਕੋਈ ਕਰਾਂਗੇ ਤੇ ਨਹੀਂ ਸਾਡੇ ਨਾਲ ਅੱਜ ਆਥਣ ਤੱਕ ਹੋਰ ਸਮਾਂ ਹੈਗਾ ਤੇ ਉਹ ਗੱਲ ਨੂੰ ਇਹਨੂੰ ਨਿਬੇੜ ਦੇਣ। ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ। ਸਰਕਾਰ ਨੂੰ ਜਿਹੜਾ 10 ਲੱਖ ਰੁਪਈਆ ਵੀ ਦੇ ਸਕਦੇ ਹੈ, ਇੱਕ ਜੀ ਨੂੰ ਨੌਕਰੀ ਵੀ ਦੇ ਸਕਦੇ ਹੈਗੇ ਤੇ ਇਹ ਕਰਜ਼ੇ ਤੇ ਵੀ ਲਕੀਰ ਮਾਰ ਸਕਦੇ ਹੈਗੇ। ਡਾਨੀਆਂ ਡਵਾਨੀਆਂ ਦੇ ਕਿੰਨੇ ਕਿੰਨੇ ਕਰਜ਼ੇ ਮਾਫ ਕੀਤੇ ਨੇ। ਨੀਰਮ ਮੋਦੀ ਵਰਗਿਆਂ ਨੂੰ ਕਿੰਨੇ ਕਿੰਨੇ 100 ਕਰੋੜ ਰੁਪਈਆ ਇਹਨਾਂ ਨੇ ਛੱਡ ਦਿੱਤਾ। ਤੇ ਇਧਰਲੇ ਪਾਸੇ ਜੇ ਗਰੀਬ ਕਿਸਾਨਾਂ ਦੀ ਇੱਕ ਮਾਤਾ ਜੀ ਸ਼ਹੀਦ ਹੋਈ ਹੈ, ਉਹਦੇ ਕੋਲੇ ਉਹਨਾਂ ਨੂੰ ਦੇਣ ਦੀ ਖਾਤਰ ਹਾਲ ਤੱਕ ਸਰਕਾਰ ਕੋਲੇ 10 ਲੱਖ ਰੁਪਈਆ ਜੁੜਿਆ ਨਹੀਂ ਹੈਗਾ। ਅਸੀਂ ਉਹ 10 ਲੱਖ ਰੁਪਈਆ ਮੁਆਵਜ਼ਾ ਲੈ ਕੇ ਅਸੀਂ ਉਹਨਾਂ ਚਿਰ ਦਮ ਨਹੀਂ ਲਵਾਂਗੇ। ਰੋਜ਼ ਦੀ ਰੋਜ਼ ਨਵਾਂ ਪ੍ਰੋਟੈਕਸ਼ਨ ਇੱਕ ਅੱਧਾ ਕਰਦੇ ਰਹਾਂਗੇ। ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਵੱਲੋਂ ਇਹ ਜੋ ਸੰਘਰਸ਼ ਲਗਾਤਾਰ ਚੱਲ ਰਿਹਾ ਹੈ, ਇਸ ਕਰਕੇ ਕਿਉਂਕਿ ਅੱਜ ਜੋ ਅਸੀਂ ਇਹ ਮਾਨਸਾ ਦੀ ਤਨਕੋਨੀ ਤੇ ਪੂਰਾ ਚੌਂਕ ਹੈ ਜਿਹੜਾ ਉਹ ਜਾਮ ਕੀਤਾ ਹੋਇਆ ਹੈ, ਉਹ ਅਸੀਂ ਇਸ ਕਰਕੇ ਕੀਤਾ ਹੈ ਕਿ ਇਸ ਅੰਦੋਲਨ ਦੇ ਵਿੱਚ ਜਿਹੜੀ 9 ਤਰੀਕ ਨੂੰ ਬੁਲਾਡਾ ਦੇ ਰੇਲਵੇ ਸਟੇਸ਼ਨ ਤੇ ਮਾਤਾ ਤੇਜ ਕੌਰ ਦੀ ਸ਼ਹਾਦਤ ਹੋਈ ਸੀ, ਉਹ ਸ਼ਹਾਦਤ ਦੇ ਨਾਲ ਜਿਹੜੀਆਂ ਸਾਡੀਆਂ ਜੁੜੀਆਂ ਹੋਈਆਂ ਮੰਗਾਂ ਹੈ, ਅਜੇ ਤੱਕ ਪ੍ਰਸ਼ਾਸਨ ਨੇ, ਸਰਕਾਰ ਨੇ ਉਹ ਮੰਗਾਂ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਹੈ। ਕਿਉਂਕਿ ਘੱਟੋ ਘੱਟ ਵੀ 18-19 ਦਿਨ ਹੈ ਜਿਹੜੇ ਉਹ ਮਾਤਾ ਜੀ ਨੂੰ ਹੋ ਗਏ ਹੈ, ਉਹਨਾਂ ਦੀ ਡੈੱਡ ਬੋਡੀ ਵੀ ਅਜੇ ਮਤਲਬ ਹਸਪੀਟਲ ਦੇ ਵਿੱਚ ਪਈ ਹੈ। ਇਸ ਕਰਕੇ ਅਸੀਂ ਉਹਦੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਪਹਿਲਾਂ ਅਸੀਂ ਡੀਸੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਹੈ, ਡੀਸੀ ਦਾ ਜਿਹੜਾ ਦਫ਼ਤਰ ਹੈ ਉਹਦਾ ਘਿਰਾਓ ਕੀਤਾ ਹੈ। ਇਸ ਕਰਕੇ ਸਾਨੂੰ ਦੁਸਹਿਰੇ ਵਾਲੇ ਦਿਨ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀ ਕਿ ਅੱਜ ਦੁਸਹਿਰਾ ਹੈ, ਇਸ ਕਰਕੇ ਤੁਸੀਂ ਡੀਸੀ ਦੀ ਜਿਹੜੀ ਰਿਹਾਇਸ਼ ਹੈ ਉਹਦਾ ਘਿਰਾਓ ਛੱਡ ਦਿਓ, ਅਸੀਂ ਸੋਮਵਾਰ ਨੂੰ ਤੁਹਾਡਾ ਇਹ ਸਾਰਾ ਮਸਲਾ ਜਿਹੜਾ ਹੱਲ ਕਰ ਦਿਆਂਗੇ। 10 ਲੱਖ ਦਾ ਚੈੱਕ ਦੇ ਦਿਆਂਗੇ, ਉਹਨਾਂ ਦਾ ਕਰਜ਼ਾ, ਉਹਨਾਂ ਦੀ ਨੌਕਰੀ ਵਾਲੀ ਸਿਫਾਰਿਸ਼, ਸਾਰਾ ਕੁਝ ਅਸੀਂ ਕਰ ਦਿਆਂਗੇ। ਪਰ ਪ੍ਰਸ਼ਾਸਨ ਨੇ ਉਹ ਸੋਮਵਾਰ ਵੀ ਟੱਪ ਗਿਆ, ਅਜੇ ਤੱਕ ਪ੍ਰਸ਼ਾਸਨ ਨੇ ਸਾਡੀਆਂ ਇਹ ਮੰਗਾਂ ਜਿਹੜੀਆਂ ਉਹ ਲਾਗੂ ਨਹੀਂ ਕੀਤੀਆਂ। ਇਸ ਕਰਕੇ ਸਾਨੂੰ ਮਜਬੂਰੀ ਵਸ ਅੱਜ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਸੜਕ ਹੈ ਜਿਹੜੀ ਪੂਰੀ ਤਰ੍ਹਾਂ ਜਾਮ ਕਰਨੀ ਪਈ ਹੈ ਤੇ ਅਸੀਂ 4 ਵਜੇ ਤੱਕ ਇਸ ਸੜਕ ਦਾ ਘਿਰਾਓ ਰੱਖਣਾ ਹੈ ਤੇ ਉਸ ਤੋਂ ਬਾਅਦ ਵੀ ਜੇ ਸਾਡਾ ਮਸਲਾ ਨਹੀਂ ਹੱਲ ਹੁੰਦਾ ਤਾਂ ਫਿਰ ਇਹ ਸੰਘਰਸ਼ ਨੂੰ ਅਸੀਂ ਹੋਰ ਤੇਜ਼ ਕਰਾਂਗੇ। ਇਸ ਲਈ ਅਸੀਂ ਇੱਥੇ ਬੈਠੇ। ਪ੍ਰਦਰਸ਼ਨ ਸਾਡਾ ਮਾਤਾ ਤੇਜ ਕੌਰ ਸ਼ਹੀਦ ਹੋਏ ਨੇ, ਇਹ ਸਰਕਾਰਾਂ ਖੇਖਣ ਕਰਦੀਆਂ ਨੇ। ਇਹਨਾਂ ਨੇ ਵਿਧਾਨ ਸਭਾ 'ਚ ਇੱਕ ਖੇਖਣ ਕਰਕੇ ਮਾਤਾ ਨੂੰ ਸ਼ਹੀਦ ਦਾ ਦਰਜਾ ਤਾਂ ਦੇਤਾ ਤੇ ਪਰ ਜੋ ਇਹ ਕਿਸਾਨ ਹੁਣ ਮਾਤਾ ਨੂੰ ਸ਼ਹੀਦ ਨੂੰ ਇਨਸਾਫ ਮੰਗ ਰਹੇ ਨੇ, ਉਹਨਾਂ ਵਾਸਤੇ 10 ਲੱਖ ਰੁਪਈਆ ਪਰਿਵਾਰ ਨੂੰ ਤੇ ਇੱਕ ਪਰਿਵਾਰ ਨੂੰ ਨੌਕਰੀ ਤੇ ਜਿੰਨਾ ਪਰਿਵਾਰ ਦਾ ਸਾਰਾ ਕਰਜ਼ਾ ਉਹ ਮਾਫੀ ਦੀ ਮੰਗ ਕਰ ਰਹੇ ਨੇ। ਇਹ ਸਰਕਾਰਾਂ ਬਿਲਕੁਲ ਗੱਲ ਨਹੀਂ ਸੁਣ ਰਹੀਆਂ ਤੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ। ਨਹੀਂ ਕੀਤਾ ਕਿ ਸਾਡੀ ਜਥੇਬੰਦੀਆਂ ਦੇ ਪਹਿਲਾਂ ਫੈਸਲੇ ਹੋਏ ਪਿਆ ਵੀ ਸੰਘਰਸ਼ਾਂ ਦੌਰਾਨ ਕੋਈ ਵੀ ਬੰਦਾ ਸ਼ਹੀਦ ਹੋ ਜਾਂਦਾ ਹੈ ਉਹਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਇੱਕ ਜੀ ਨੂੰ ਸਰਕਾਰੀ ਨੌਕਰੀ, ਸਾਰੇ ਕਰਜ਼ੇ ਤੇ ਲਈ ਕੇ ਪਹਿਲਾਂ ਮਨਾਇਆ ਹੋਇਆ। ਪਰ ਹੁਣ ਸਾਨੂੰ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ, ਡੀਸੀ ਦਾ ਦਫ਼ਤਰ ਵੀ ਘੇਰਿਆ ਹੁਣ ਨਹੀਂ। ਹੁਣ ਉਹਨਾਂ ਨੇ ਭਾਰਤ ਨੂੰ, ਪੁਲਿਸ ਨੇ ਤੇ ਸਿਵਲ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਸੀ ਕਿ ਸੋਮਵਾਰ ਨੂੰ ਸਾਨੂੰ ਹਰ ਹਾਲ ਦੇ ਵਿੱਚ 10 ਲੱਖ ਦਾ ਚੈੱਕ ਮਿਲ ਜੂ, ਦੂਜੀ ਤੁਹਾਡੀ ਸਿਫਾਰਿਸ਼ ਕੀਤੀ ਜਾਊਗੀ। ਪਰ ਕੱਲ ਸਾਰਾ ਦਿਨ ਦੇਖਿਆ ਹਜੇ ਤੱਕ ਕਿਸੇ ਨੇ ਗੱਲਬਾਤ ਨਹੀਂ ਬਣਾਇਆ। ਅੱਕ ਕੇ ਅਸੀਂ ਅੱਜ ਇਹਦਾ ਘੋਲ ਦਾ ਰੂਪ ਹੋਰ ਧਾਰਿਆ। ਅੱਜ ਅਸੀਂ 4 ਵਜੇ ਤੱਕ ਇੱਥੇ ਬੈਠਾਂਗੇ, ਤਨਕੋਣੀ ਤੇ ਰੋਕਾਂਗੇ, ਚੱਕਾ ਜਾਮ ਕਰਾਂਗੇ। ਅਗਲਾ ਕੀ ਪ੍ਰੋਗਰਾਮ ਹੈ ਉਹ ਅੱਗੇ ਕਰਾਂਗੇ। ਅਸੀਂ फैसला किया है कि हर हाल से अपनी मंगा बना के। आतंकवाद के दौर में हरियाणा के भी कई पुलिस कर्मचारियों ने अपनी ड्यूटी निभाते हुए अपने प्राण न्यौछावर कर दिए। हरियाणा के यमुनानगर में 7 जवान अपनी ड्यूटी के दौरान अलग अलग इलाकों में शहीद हुए थे। इनमें 5 जवान आतंकवाद के दौर में अपनी ड्यूटी के दौरान शहीद हुए। यमुनानगर के नेहरू पार्क में एक सार्वजनिक समारोह किया गया, जिसमें यमुनानगर के शहीद सभी 7 पुलिस कर्मचारियों के परिजनों को आमंत्रित किया गया। पुलिस के वरिष्ठ अधिकारियों के अलावा जनप्रतिनिधि के रूप में यमुनानगर के विधायक घनश्याम दास अरोड़ा, पुलिस अधीक्षक कमलदीप गोयल सहित अन्य पुलिस अधिकारियों एवं समाज के अन्य वर्ग के लोगों ने इस कार्यक्रम में मुख्य रूप से भाग लिया। सर, मैं तो यही कहना चाहती हूँ कि मेरा आदमी है, मतलब अपनी ड्यूटी पे तैनात था जब इनकी डेथ हुई है। मेरे को उन पर बहुत गर्व है कि जिन्होंने अब हंसते हंसते अपने प्राण निछावर कर दिए देश के लिए, देश की सेवा के लिए। मुझे उनके ऊपर बहुत गर्व है, बहुत मान है कि मैं शहीद की पत्नी हूँ। जो ये जिस तरह पुलिस ने आयोजन किया है इसको देखकर कैसे?
आम आदमी देशभक्ति की भावना पैदा होगी इससे। हाँ जी, हाँ जी, हाँ जी। देखिए 21 अक्टूबर 1959 को सीआरपीएफ के 10 जवान चाइनीज़ फोर्सेस से लोहा लेते हुए तिब्बत सीमा पर शहीद हुए थे। तो तब से हम ये हर वर्ष शहीदी दिवस 31 अक्टूबर का मनाते हैं। तो हर वर्ष 21 अक्टूबर को पुलिस लाइन्स में एक प्रोग्राम आयोजित किया जाता है जिसमें देश भर में जितने पुलिस बल हैं, जितने भी उस वर्ष शहीद हुए हैं पुलिस के जवान, उनके नाम लिए जाते हैं और उन सबको श्रद्धासुमन अर्पित किए जाते हैं। तो इस वर्ष जो प्रोग्राम है वो 21 अक्टूबर को तो पुलिस लाइन में हमने जो मुख्य कार्यक्रम है वो आयोजित किया ही था। उसके बाद ये निर्णय लिया गया कि अगले 10 दिन तक हम अपने शहीदों को याद करेंगे। तो इन 10 दिनों में यमुनानगर ज़िले के जितने भी पुलिस के शहीद हैं, 7 शहीद हैं कुल मिला के, जो यमुनानगर ज़िले के रहने वाले हैं, उन्होंने हरियाणा में कहीं भी अपनी तैनाती के दौरान पुलिस ड्यूटी में अगर अपनी शहादत दी है, तो ऐसे 7 जवान हैं, उनको हम इन 10 दिनों में याद करेंगे। और इन 10 दिनों में हम उनके गांव में जाएंगे। जिस स्कूल में उन्होंने शिक्षा प्राप्त की है या गांव का पंचायत घर है, वहाँ पे एक विशेष कार्यक्रम को आयोजन किया जाएगा। उसमें उसके परिवार के सभी सदस्यों को आमंत्रित किया जाएगा। परिवार से हम मिलेंगे, उनकी कोई दुख तकलीफ है उसके बारे में पूछेंगे और शहीद को वहाँ सम्मानित भी किया जाएगा। इसका मुख्य उद्देश्य ये है कि जो हमारी युवा पीढ़ी है उनको ये याद रहे कि उनके गांव में एक ऐसे शहीद ने भी जन्म लिया था जिसने समाज की रक्षा के लिए अपने प्राणों का बलिदान दिया। क्योंकि ये जो शहीद हैं ये कुछ ज़्यादातर, जैसे 7 मैंने बताया यमुनानगर ज़िले के, तो इनमें से 5 की जो शहादत है वो पंजाब के जो आतंकवाद का दौर था उस समय की शहादत है। तो उसमें या तो 1990 से लेकर 1995 तक का उनका शहीदी दिवस रहा है। तो अब पीढ़ियाँ बदल चुकी है, जनरेशन नई आ चुकी है, तो उनको ये बिल्कुल उनके दिमाग में ये रहना चाहिए कि इस नाम से उनके गांव में एक शहीद हुए थे। तो इसका मुख्य उद्देश्य आम जनता तक पुलिस का जो बलिदान है उसका एक संदेश देने का हमारा मुख्य उद्देश्य है। आज हमने एक पुलिस बैंड शो का आयोजन यहाँ पे नेहरू पार्क में किया है। इस बार हमने एक सार्वजनिक स्थान को चिन्हित किया है इस कार्यक्रम के लिए। उद्देश्य ये है कि आम जनता तक पुलिस की जो शहादत है उसका संदेश जा सके। आज के इस कार्यक्रम में पुलिस के जो कर्मचारी हैं वो तो उपस्थित थे ही, उनके अलावा जो शहीद के परिवार है उनको हमने विशेष तौर पे यहाँ पे बुलाया। और जो यमुनानगर के विधायक हैं घनश्याम जी वो भी उपस्थित थे, जो मेयर साहब हैं वो भी उपस्थित थे। तो आम जनता को, क्योंकि ये सार्वजनिक स्थान है, शाम के समय यहाँ पे काफ़ी लोग पार्क में वॉक के लिए आते हैं, तो उद्देश्य यही था कि आम जनता तक पुलिस की जो शहादत है उसका संदेश पहुंचे। खबरों का सिलसिला जारी रहेगा। आप हमारे साथ जुड़े रहिए और देखते रहिए उदय न्यूज़ लाइव। नमस्कार।